BA ਫਸਟ ਈਅਰ। ਬੇਟਾ ਜਿਵੇਂ ਕਿ ਕੱਲ੍ਹ ਆਪਾਂ ਕੀਤਾ ਸੀਗਾ ਮਾਰਕਸਵਾਦੀਆਂ ਦੇ ਵਿਚਾਰ ਜਿਹੜੇ ਹੈਗੇ ਨੇ ਉਹ ਸਟੇਟ ਬਾਰੇ। ਨਾਓ ਵੀ ਆਰ ਡਿਸਕਸ ਅਬਾਊਟ ਦੀ ਗਾਂਧੀਅਨ ਵਿਊ ਆਫ ਪੁਆਇੰਟ ਅਬਾਊਟ ਦੀ ਸਟੇਟ, ਕਿ ਗਾਂਧੀ ਜੀ ਕੀ ਸੋਚਦੇ ਸੀ ਸਟੇਟ ਦੇ ਬਾਰੇ। ਸਭ ਤੋਂ ਪਹਿਲਾਂ ਬੇਟਾ ਗਾਂਧੀ ਜੀ ਜਿਹੜੇ ਸੀਗੇ ਉਹ ਰਾਜ ਨੂੰ ਕੁਦਰਤੀ ਜਾਂ ਦੈਵੀ ਸੰਸਥਾ ਸਵੀਕਾਰ ਨਹੀਂ ਕਰਦੇ ਸੀ, ਉਹ ਬਲਕਿ ਜਿਹੜਾ ਅੱਜ ਦਾ ਸਰੂਪ ਹੈ, ਅੱਜ ਦਾ ਜਿਹੜੇ ਸਟੇਟ ਹੈਗੀ ਹੈ ਉਸ ਦੇ ਖਿਲਾਫ ਸੀ, ਵਿਰੋਧ ਕਰਦੇ ਸਨ। ਉਸ ਦਾ ਵਿਰੋਧ ਉਹਨਾਂ ਨੇ ਕਿਉਂ ਕੀਤਾ? ਵਾਈ ਗਾਂਧੀ ਜੀ ਵਾਜ਼ ਅਗੇਂਸਟ ਦੀ ਪ੍ਰੈਜ਼ੈਂਟ ਸਟੇਟ? ਬਿਕੋਜ਼ ਨੰਬਰ 1 ਵਰਤਮਾਨ ਰਾਜ ਦਾ ਆਧਾਰ ਹਿੰਸਾ ਅਤੇ ਗਾਂਧੀ ਜੀ ਹਿੰਸਾ ਦੇ ਵਿਰੁੱਧ ਸਨ। ਗਾਂਧੀ ਜੀ ਨੂੰ ਲੱਗਦਾ ਸੀ ਕਿ ਜਿਹੜੀ ਪ੍ਰੈਜ਼ੈਂਟ ਸਟੇਟ ਹੈ, ਜਿਹੜੀ ਅੱਜ ਦੀ ਸਟੇਟ ਹੈ, ਉਹਦਾ ਜਿਹੜਾ ਬੇਸ ਹੈ ਉਹ ਹਿੰਸਾ ਹੈ, ਵਾਇਲੈਂਸ ਹੈ, ਔਰ ਜਦ ਕਿ ਗਾਂਧੀ ਜੀ ਜਿਹੜੇ ਸੀਗੇ ਉਹ ਵਾਇਲੈਂਸ ਦੇ ਅਗੇਂਸਟ ਸੀਗੇ। ਦੈਨ ਸੈਕੰਡਲੀ ਰਾਜ ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਸ਼ਕਤੀ ਦਾ ਪ੍ਰਯੋਗ ਕਰਦਾ ਹੈ, ਜਿਸ ਦੁਆਰਾ ਵਿਅਕਤੀ ਦੀ ਸੁਤੰਤਰਤਾ ਦਾ ਨਾਸ਼ ਹੁੰਦਾ ਹੈ ਅਤੇ ਵਿਅਕਤੀ ਆਪਣੇ ਜੀਵਨ ਦਾ ਸੰਤੁਲਿਤ ਵਿਕਾਸ ਨਹੀਂ ਕਰ ਪਾਉਂਦਾ। ਦੂਸਰਾ ਇਹ ਕਿ ਰਾਜ ਜਿਹੜਾ ਹੈਗਾ ਉਹ ਆਪਣੇ ਉਦੇਸ਼ਾਂ ਦੀ ਪੂਰਤੀ ਕਰਨ ਦੇ ਲਈ ਇੱਕ ਪਾਵਰ ਦਾ ਪ੍ਰਯੋਗ ਕਰਦਾ ਹੈ, ਔਰ ਉਸ ਪਾਵਰ ਦੇ ਨਾਲ ਜਿਹੜੀ ਇੱਕ ਪਰਸਨਲ ਲਿਬਰਟੀ ਹੁੰਦੀ ਹੈ ਇੱਕ ਪਰਸਨ ਦੀ, ਉਹ ਜਿਹੜੀ ਹੈਗੀ ਹੈ ਡਿਸਟਰੋਏ ਹੋ ਜਾਂਦੀ ਹੈ। ਦੈਨ ਥਰਡ ਗਾਂਧੀ ਜੀ ਦੇ ਅਨੁਸਾਰ ਵਰਤਮਾਨ ਰਾਜ ਦਿਨ ਪ੍ਰਤੀ ਦਿਨ ਉਦੇਸ਼ ਬਣਾਉਂਦਾ ਜਾ ਰਿਹਾ ਅਤੇ ਮਾਨਵਤਾ ਦੀ ਸੇਵਾ ਦੇ ਉਦੇਸ਼ ਤੋਂ ਦੂਰ ਹੁੰਦਾ ਜਾ ਰਿਹਾ। ਮੀਨਸ ਗਾਂਧੀ ਜੀ ਇਹ ਕਹਿੰਦੇ ਸੀ ਕਿ ਜਿਹੜੀ ਪ੍ਰੈਜ਼ੈਂਟ ਦੀ ਸਟੇਟ ਹੈ ਇਹ ਪੈਸਾ ਤਾਂ ਕਮਾ ਰਹੀ ਹੈ, ਲੇਕਿਨ ਲੋਕਾਂ ਦਾ ਕਲਿਆਣ ਜਿਹੜਾ ਹੈਗਾ ਉਸ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਪਾ ਰਹੀ। ਸੋ ਇਹ 3 ਰੀਜ਼ਨ ਸੀਗੇ ਜਿਨ੍ਹਾਂ ਦੇ ਕਰਕੇ ਗਾਂਧੀ ਜੀ ਜਿਹੜੇ ਸੀਗੇ ਉਹ ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਸਟੇਟ ਦਾ ਜੋ ਹੈ ਉਹਦੇ ਬਿਲਕੁਲ ਅਗੇਂਸਟ ਸਨ। ਉਸ ਤੋਂ ਬਾਅਦ ਗਾਂਧੀ ਜੀ ਦੇ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਕਿ ਰਾਜ ਆਤਮ ਰਹਿਤ ਮਸ਼ੀਨ ਹੈ, ਸਟੇਟ ਇਜ਼ ਅ ਸੋਲਲੈਸ ਮਸ਼ੀਨ, ਮਤਲਬ ਇੱਕ ਇਹੋ ਜਿਹੀ ਮਸ਼ੀਨ ਹੈ ਸਟੇਟ ਜਿਹਦੇ ਵਿੱਚ ਆਤਮਾ ਨਹੀਂ ਹੈ। ਜਿਸ ਪਰਸਨ ਦੇ ਵਿੱਚ ਆਤਮਾ ਹੋਏਗੀ ਉਹ ਦੂਸਰੇ ਦੇ ਕਲਿਆਣ ਦੇ ਬਾਰੇ ਸੋਚੇਗਾ, ਬਟ ਸਟੇਟ ਇੱਕ ਇਹੋ ਜਿਹੀ ਮਸ਼ੀਨ ਹੈ ਜੋ ਸਿਰਫ ਔਰ ਸਿਰਫ ਅਮੀਰਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ। ਉਸ ਤੋਂ ਬਾਅਦ ਹੈ ਰਾਜ ਸਾਧਨ ਹੈ ਨਾ ਕਿ ਟੀਚਾ, ਸਟੇਟ ਇਜ਼ ਅ ਮੀਨਸ ਨਾਟ ਐਨ ਐਂਡ। ਗਾਂਧੀ ਜੀ ਮੰਨਦੇ ਸਨ ਕਿ ਰਾਜ ਇੱਕ ਸਾਧਨ ਹੈ, ਇੱਕ ਜ਼ਰੀਆ ਹੈ ਲੋਕਾਂ ਦੇ ਅਧਿਕਾਰ ਅਤੇ ਸੁਤੰਤਰਤਾਵਾਂ ਦੀ ਰੱਖਿਆ ਕਰਨ ਦਾ। ਉਸ ਤੋਂ ਬਾਅਦ ਹੈ ਰਾਜ ਦੇ ਸੀਮਿਤ ਕਾਰਜ। ਗਾਂਧੀ ਜੀ ਚਾਹੁੰਦੇ ਸਨ ਕਿ ਲਿਮਿਟਿਡ ਫੰਕਸ਼ਨਸ ਦਿੱਤੇ ਜਾਣ ਸਟੇਟ ਨੂੰ, ਕਿ ਸਟੇਟ ਦੇ ਕੰਮ ਲਿਮਿਟਿਡ ਹੋਣੇ ਚਾਹੀਦੇ ਨੇ, ਸਟੇਟ ਦਾ ਕੰਮ ਸਿਰਫ ਔਰ ਸਿਰਫ ਵਿਅਕਤੀ ਦੇ ਬਾਹਰੀ ਜੀਵਨ ਦੇ ਨਾਲ ਹੋਣਾ ਚਾਹੀਦਾ ਹੈ, ਕਿ ਇਹੋ ਜਿਹਾ ਮਾਹੌਲ ਪੈਦਾ ਕਰਨ ਜਿਹਦੇ ਵਿੱਚ ਵਿਅਕਤੀ ਆਪਣੇ ਜੀਵਨ ਦਾ ਵਿਕਾਸ ਕਰ ਸਕੇ। ਅਦਰਵਾਈਜ਼ ਸਟੇਟ ਨੂੰ ਵਿਅਕਤੀ ਦੇ ਪਰਸਨਲ ਮਾਮਲਿਆਂ ਦੇ ਵਿੱਚ ਇੰਟਰਫੇਅਰ ਕਰਨ ਦਾ ਕੋਈ ਵੀ ਹੱਕ ਨਹੀਂ ਹੈ। ਰਾਜ ਵਿਅਕਤੀ ਉੱਤੇ ਪ੍ਰਭੂਸੱਤਾ ਦਾ ਦਾਅਵਾ ਨਹੀਂ ਕਰ ਸਕਦਾ। ਮੀਨਸ ਸਟੇਟ ਜਿਹੜੀ ਹੈਗੀ ਆ ਇਟ ਕੈਨ ਨਾਟ ਬੀ ਕਲੇਮ ਦ ਸੋਵਰੇਨਿਟੀ ਓਵਰ ਦ ਇੰਡੀਵਿਜੂਅਲ। ਮੀਨਸ ਇੱਕ ਡਿਸੀਜ਼ਨ ਥੋਪ ਨਹੀਂ ਸਕਦਾ, ਇੱਕ ਪਰਸਨ ਦੇ ਉੱਤੇ ਆਪਣਾ ਡਿਸੀਜ਼ਨ ਥੋਪ ਨਹੀਂ ਸਕਦਾ ਹੈ ਸਟੇਟ। ਉਸ ਤੋਂ ਬਾਅਦ ਹੈ ਪ੍ਰਭੂਸੱਤਾ ਰਾਜਕਵਾਦੀਆਂ ਰਾਜ ਦੇ ਸਮਰਥਕ ਹਨ, ਕਿ ਜਿਹੜੇ ਸਪੋਰਟਰਸ ਆਫ ਦ ਇੰਟੈਲੀਜੈਂਟ ਅਨਾਰਕੀਅਲ ਸਟੇਟ, ਮੀਨਸ ਜਿਹੜੇ ਲੋਕਾਂ ਕੋਲ ਪਾਵਰ ਹੈ, ਜਿਹੜੇ ਲੋਕਾਂ ਕੋਲ ਪੈਸਾ ਹੈ, ਉਹ ਅੱਜ ਦੇ ਸਟੇਟ ਦੇ ਪ੍ਰੈਜ਼ੈਂਟ ਸਿਨੈਰੀਓ ਦੇ ਪੱਖ ਦੇ ਵਿੱਚ ਨੇ। ਕਿਉਂ? ਕਿਉਂਕਿ ਇਹ ਸਟੇਟ ਜਿਹੜੀ ਹੈਗੀ ਆ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਗੱਲ ਕਰਦਾ ਹੈ। ਰਾਜ ਵਿਅਕਤੀ ਤੇ ਵਿਅਕਤੀਤਵ ਦੇ ਵਿਕਾਸ ਦੇ ਰਸਤੇ ਵਿੱਚ ਰੁਕਾਵਟ ਹੈ। ਸਟੇਟ ਇਜ਼ ਦ ਹਿੰਡਰਸ ਆਫ ਦੀ ਡਿਵੈਲਪਮੈਂਟ ਆਫ ਦ ਇੰਡੀਵਿਜੂਅਲਸ ਪਰਸਨੈਲਿਟੀ। ਮੀਨਸ ਗਾਂਧੀ ਜੀ ਇਹ ਕਹਿੰਦੇ ਸੀ ਸਟੇਟ ਦੇ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਹੈ ਇਹ ਵਿਅਕਤੀ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਡੀ ਬਾਧਾ ਹੈ। ਅਹਿੰਸਕ ਰਾਸ਼ਟਰੀ ਰਾਜ ਮੀਨਸ ਨੋਨ ਵਾਇਲੈਂਟ ਨੈਸ਼ਨ ਸਟੇਟ, ਕਿ ਜਿਹੜਾ ਸਟੇਟ ਹੈ ਇਹਦੇ ਵਿੱਚ ਹਿੰਸਾ ਹੈ, ਇਹ ਹਿੰਸਾ ਦਾ ਪ੍ਰਯੋਗ ਕਰਦਾ ਹੈ, ਇੱਕ ਦੂਜੇ ਦੀ ਮਾਰ ਕੱਟ ਹੁੰਦੀ ਹੈ, ਸ਼ਕਤੀ ਦੇ ਲਈ ਲੜਾਈ ਚੱਲਦੀ ਰਹਿੰਦੀ ਹੈ, ਸੰਘਰਸ਼ ਚੱਲਦਾ ਰਹਿੰਦਾ ਹੈ, ਜਿਸ ਕਰਕੇ ਗਾਂਧੀ ਜੀ ਜਿਹੜੇ ਸੀਗੇ ਪ੍ਰੈਜ਼ੈਂਟ ਸਿਨੈਰੀਓ ਜਿਹੜਾ ਸਟੇਟ ਸੀਗਾ ਉਹਦੇ ਅਗੇਂਸਟ ਸੀਗੇ। ਨਾਓ ਗਾਂਧੀ ਜੀ ਇਜ਼ ਆਈਡੀਅਲ ਸਟੇਟ। ਗਾਂਧੀ ਜੀ ਫਿਰ ਕਿਹੋ ਜਿਹੀ ਸਟੇਟ ਚਾਹੁੰਦੇ ਸੀ? ਅਗਰ ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਦੇ ਉਹ ਵਿਰੁੱਧ ਸੀਗੀ, ਅਗਰ ਉਹਨਾਂ ਨੂੰ ਲੱਗਦਾ ਸੀ ਕਿ ਅੱਜ ਦੇ ਸਿਨੈਰੀਓ ਦੇ ਵਿੱਚ ਸਟੇਟ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਇੰਨੀਆਂ ਸਾਰੀਆਂ ਖਾਮੀਆਂ ਹੈ, ਇੰਨੀਆਂ ਸਾਰੀਆਂ ਕਮੀਆਂ ਨੇ, ਦੈਨ ਉਹ ਕਿਸ ਤਰ੍ਹਾਂ ਦੀ ਸਟੇਟ ਚਾਹੁੰਦੇ ਸੀਗੇ, ਹੈ ਨਾ? ਕਿਸ ਤਰ੍ਹਾਂ ਦੀ ਆਈਡੀਅਲ ਸਟੇਟ ਸੀ ਉਹ ਤਮੰਨਾ ਕਰਦੇ ਸੀ, ਕਿਸ ਤਰ੍ਹਾਂ ਦੀ ਆਈਡੀਅਲ ਸਟੇਟਸ ਉਹ ਬਣਾਉਣਾ ਚਾਹੁੰਦੇ ਸੀ? ਪਹਿਲਾ ਨੰਬਰ 1 ਜਿਸ ਦੇ ਵਿੱਚ ਰਾਜ ਇੱਕ ਸਾਧਨ ਹੋਵੇ, ਉਦੇਸ਼ ਨਹੀਂ। ਠੀਕ ਹੈ, ਕਿ ਸਟੇਟ ਸਿਰਫ ਇੱਕ ਜ਼ਰੀਆ ਹੋਵੇ, ਇੱਕ ਸੋਰਸ ਹੋਵੇ ਜਿਹੜੀ ਵਿਅਕਤੀ ਦੇ ਅਧਿਕਾਰਾਂ ਦੀ ਰੱਖਿਆ ਕਰੇ, ਔਰ ਵਿਅਕਤੀ ਦੇ ਲਈ ਇੱਕ ਇਹੋ ਜਿਹਾ ਐਟਮੋਸਫੇਅਰ ਪੈਦਾ ਕਰੇ ਜਿਸ ਦੇ ਵਿੱਚ ਪਰਸਨ ਜਿਹੜਾ ਹੈਗਾ ਉਹ ਆਪਣਾ ਸਟੈਂਡਰਡ ਆਫ ਲਿਵਿੰਗ ਇਨਕਰੀਜ਼ ਕਰ ਸਕੇ। ਉਸ ਤੋਂ ਬਾਅਦ ਲਿਮਿਟਿਡ ਫੰਕਸ਼ਨਸ ਆਫ ਦ ਸਟੇਟ। ਆਈਡੀਅਲ ਸਟੇਟ ਦੇ ਵਿੱਚ ਕੀ ਹੋਏਗਾ ਕਿ ਸਟੇਟ ਦੇ ਜਿਹੜੇ ਫੰਕਸ਼ਨਸ ਨੇ ਉਹ ਲਿਮਿਟਿਡ ਹੋਣਗੇ। ਮੀਨਸ ਸਟੇਟ ਜਿਹੜੀ ਹੈਗੀ ਆ ਉਹ ਲਿਮਿਟਿਡ ਫੰਕਸ਼ਨਸ ਇੰਜੋਏ ਕਰੇਗੀ, ਨਾ ਕਿ ਓਵਰਆਲ। ਉਸ ਤੋਂ ਬਾਅਦ ਆਦਰਸ਼ ਰਾਜ ਦਾ ਪ੍ਰਬੰਧਕੀ ਢਾਂਚਾ ਕਿਹੋ ਜਿਹਾ ਹੋਊਗਾ ਕਿ ਵਿਅਕਤੀ ਇੱਕ ਕੇਂਦਰ ਬਿੰਦੂ ਮੰਨਿਆ ਜਾਏਗਾ, ਪਿੰਡ ਰਾਜ ਪ੍ਰਬੰਧ ਦੀ ਮੁੱਢਲੀ ਮਹੱਤਵਪੂਰਨ ਇਕਾਈ ਹੋਣਗੇ, ਕਿ ਪਿੰਡ ਹੋਣਗੇ,
रूरल एरियाज़ होंगे, रूरल एरिया ਦੀਆਂ ਸਰਪੰਚਾਂ ਹੋਣਗੀਆਂ, ਪੰਚਾਇਤਾਂ ਹੋਣਗੀਆਂ ਔਰ ਪੰਚਾਇਤਾਂ ਹੀ ਆਪਣੇ ਬਿਹਾਫ 'ਤੇ ਫੈਸਲਾ ਕਰਨਗੀਆਂ। ਉਸ ਤੋਂ ਬਾਅਦ ਧਰਮ ਨਿਰਪੱਖਤਾ ਹੋਏਗੀ। ਧਰਮ ਨਿਰਪੱਖਤਾ ਮੀਨਸ ਸੈਕੂਲਰਿਜ਼ਮ, ਮੀਨਸ ਦੇਰ ਇਜ਼ ਨੋ ਪਰਸਨਲ ਰਿਲੀਜਨ ਆਫ ਦੀ ਸਟੇਟ, ਮੀਨਸ ਅਗਰ ਇਹ ਨਹੀਂ ਹੈ ਕਿ ਸਾਰੇ ਹੀ ਵਿਅਕਤੀ ਸਮਾਨ ਹੋਣਗੇ, ਕਿਸੇ ਵੀ ਧਰਮ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਏਗਾ। ਦੇਰ ਇਜ਼ ਨੋ ਡਿਸਕ੍ਰਿਮੀਨੇਸ਼ਨ ਔਨ ਦ ਬਿਹਾਫ ਆਫ ਰਿਲੀਜਨ। ਉਸ ਤੋਂ ਬਾਅਦ ਹੈ ਡੈਮੋਕ੍ਰੈਟਿਕ ਸਿਸਟਮ। ਡੈਮੋਕ੍ਰੈਟਿਕ ਸਿਸਟਮ ਕਿਹੋ ਜਿਹਾ ਹੋਊਗਾ ਕਿ ਜਿਸ ਦੇ ਵਿੱਚ ਦੁਆਰਾ ਘੱਟ ਗਿਣਤੀ ਨੂੰ ਦਬਾਏ ਜਾਣ ਦੇ ਨਿਰਪੇਧੀ ਸਨ। ਉਹਨਾਂ ਦੇ ਅਨੁਸਾਰ ਬਹੁ ਗਿਣਤੀਆਂ ਨੂੰ ਘੱਟ ਗਿਣਤੀਆਂ ਨਾਲੋਂ ਨਾਲ ਲੈ ਕੇ ਚੱਲਣਾ ਚਾਹੀਦਾ। ਮੀਨਸ ਜਿਹੜੀ ਮੈਜੋਰਿਟੀ ਹੈ, ਜਿਹੜੇ ਸਾਰੇ ਲੋਕੀ ਨੇ, ਸਟੇਟਸ ਜਿਹੜੀ ਪਾਵਰ ਜਿਹੜੀ ਹੈਗੀ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਹੋਏਗੀ, ਨਾ ਕਿ ਸਟੇਟ ਦੇ ਵਿੱਚ। ਰਾਜ ਦੀ ਨਿਰੰਕੁਸ਼ਤਾ, ਪ੍ਰਭੂਸੱਤਾ ਦਾ ਵਿਰੋਧ, ਮੀਨਸ ਜੋ ਸਟੇਟ ਜਿਹੜੀ ਹੈਗੀ ਆਪਣੀ ਐਬਸੋਲੂਟ ਪਾਵਰ ਯੂਜ਼ ਕਰਦਾ ਹੈ ਉਸ ਦੇ ਗਾਂਧੀ ਜੀ ਬਿਲਕੁਲ ਅਗੇਂਸਟ ਸਨ। ਉਸ ਤੋਂ ਬਾਅਦ ਪ੍ਰਭੂਸੱਤਾ ਅਰਾਜਕਵਾਦੀ ਰਾਜ, ਕਿ ਉਹ ਬਿਲਕੁਲ ਵਿਰੋਧ ਕਰਦੇ ਸਨ ਕਿ ਸਟੇਟ ਦੇ ਹੱਥ ਦੇ ਵਿੱਚ ਸਾਰੀ ਪਾਵਰਸ ਹੋਵੇ। ਉਹ ਕਹਿੰਦੇ ਸਵੈ ਸ਼ਾਸਨ ਹੋਣਾ ਚਾਹੀਦਾ, ਹਰ ਇੱਕ ਵਿਅਕਤੀ ਨੂੰ ਆਪਣਾ ਅਧਿਕਾਰ ਜਿਹੜਾ ਹੈਗਾ ਉਹ ਆਪਣੇ ਆਪ ਪਤਾ ਹੈ। ਆਰਥਿਕ ਅਤੇ ਰਾਜਨੀਤਿਕ ਵਿਕੇਂਦਰੀਕਰਨ ਹੋਣਾ ਚਾਹੀਦਾ ਕਿ ਪਾਵਰਸ ਜਿਹੜੀਆਂ ਹੈਗੀਆਂ ਉਹ ਕਿਸੇ ਇੱਕ ਪਰਸਨ ਦੇ ਹੱਥ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਇਕਨੋਮਿਕ ਔਰ ਪੋਲੀਟੀਕਲ ਪਾਵਰਸ ਡਿਫਰੈਂਟ ਹੋਣੀਆਂ ਚਾਹੀਦੀਆਂ ਨੇ। ਵਰਨ ਵਿਵਸਥਾ, ਗਾਂਧੀ ਜੀ ਜਾਤ ਪਾਤ ਦੇ ਕੱਟੜ ਆਲੋਚਕ ਸਨ। ਉਹ ਕਹਿੰਦੇ ਸਨ, ਉਹਨਾਂ ਦਾ ਵਿਚਾਰ ਸੀ ਕਿ ਇਸ ਵਿਵਸਥਾ ਦੇ ਨਾਲ ਵਿਅਕਤੀ ਆਪਣੇ ਵੱਡੇ ਵਡੇਰਿਆਂ ਦੇ ਕਿੱਤੇ ਨੂੰ ਅਪਣਾਉਣ ਦਾ ਯਤਨ ਕਰੇਗਾ। ਉਹਨਾਂ ਦਾ ਇਹ ਕਿ ਵਰਨ ਵਿਵਸਥਾ ਹੋਣੀ ਚਾਹੀਦੀ ਹੈ, ਨਾ ਕਿ ਜਾਤ ਵਿਵਸਥਾ। ਅਪਰਾਧ, ਸਜ਼ਾ ਅਤੇ ਨਿਆਂ, ਕ੍ਰਾਈਮ, ਪਨਿਸ਼ਮੈਂਟ ਅਤੇ ਜਸਟਿਸ। ਗਾਂਧੀ ਜੀ ਅਪਰਾਧ ਬਾਕੀ ਬਿਮਾਰੀਆਂ ਦੀ ਤਰ੍ਹਾਂ ਹੀ ਬਿਮਾਰੀ, ਇਹ ਵਰਤਮਾਨ ਸਮਾਜ ਦੇ ਢਾਂਚੇ ਦੀ ਉਪਜ ਹੈ। ਅਪਰਾਧੀਆਂ ਪ੍ਰਤੀ ਹਮਦਰਦੀ ਦੀ ਭਾਵਨਾ ਹੋਣੀ ਚਾਹੀਦੀ, ਯਾਨੀ ਕਿ ਅਗਰ ਇੱਕ ਅਪਰਾਧੀ ਹੈ ਉਹਦੇ ਵਿੱਚ ਹਮਦਰਦੀ ਦੀ ਭਾਵਨਾ ਹੋਣੀ ਚਾਹੀਦੀ, ਉਹਨੂੰ ਸਮਝਾਉਣਾ ਚਾਹੀਦਾ, ਨਾ ਕਿ ਉਹਨੂੰ ਫਿਜ਼ੀਕਲੀ ਪਨਿਸ਼ਮੈਂਟ ਦੇਣੀ ਚਾਹੀਦੀ ਹੈ। ਇਜ਼ ਇਟ ਪੋਸੀਬਲ ਕਿ ਅਗਰ ਕੋਈ ਬੰਦਾ ਹੈ ਜਿਸਨੇ ਚੋਰੀ ਕੀਤੀ ਹੈ, ਰੇਪ ਕੀਤਾ ਹੈ, ਅਸੀਂ ਉਸਨੂੰ ਸਮਝਾਏ ਵੀ ਨਹੀਂ ਨੈਕਸਟ ਟਾਈਮ ਤੋਂ ਇੱਦਾਂ ਨਹੀਂ ਕਰਨੀ ਔਰ ਉਸਨੂੰ ਪਛਤਾਵਾ ਹੋਵੇ, ਸੋ ਅਸੀਂ ਉਸਨੂੰ ਮਾफ़ ਕਰ ਦਈਏ? ਨੋ। ਉਸ ਤੋਂ ਬਾਅਦ ਹੈ ਹੱਥੀਂ ਕਿਰਤ ਦੇ ਜ਼ੋਰ, ਠੀਕ ਹੈ। ਐਮਫੇਸਿਸ ਔਨ ਦ ਮੈਨੂਅਲ ਲੇਬਰ, ਕਿ ਮਸ਼ੀਨਾਂ ਦੀ ਜਗ੍ਹਾ 'ਤੇ ਮੈਨੂਅਲ ਲੇਬਰ ਨੂੰ ਕੰਮ ਮਿਲਣਾ ਚਾਹੀਦਾ ਤਾਂ ਕਿ ਬੇਰੁਜ਼ਗਾਰੀ ਵੀ ਨਾ ਵਧੇ ਔਰ ਲੋਕੀ ਜਿਹੜੇ ਹੈਗੇ ਨੇ ਉਹ ਆਪਣੀ ਜਿਹੜੇ ਸਾਧਨ ਹੈ ਕਮਾਉਣ ਦੇ ਸਾਧਨ ਜਿਹੜੇ ਹੈਗੇ ਨੇ ਉਹ ਰੱਖ ਸਕਣ। ਉਸ ਤੋਂ ਬਾਅਦ ਟਰਸਟਸ਼ਿਪ ਜਿਹੜਾ ਸਿਸਟਮ ਹੈ, ਆਦਰਸ਼ ਰਾਜ ਵਿੱਚ ਗਾਂਧੀ ਜੀ ਅਮਾਨਤੀ ਸਿਸਟਮ ਨੂੰ ਲਾਗੂ ਕੀਤੇ ਜਾਣੇ ਦੇ ਹੱਕ ਦੇ ਵਿੱਚ। ਉਹਨਾਂ ਦਾ ਵਿਚਾਰ ਸੀ ਕਿ ਅਮੀਰ ਵਿਅਕਤੀਆਂ ਨੂੰ ਧਨ ਕਮਾਉਣਾ ਚਾਹੀਦਾ ਹੈ, ਪੈਸਾ ਕਮਾਵੇ ਔਰ ਗਰੀਬ ਲੋਕਾਂ ਦੇ ਵਿੱਚ ਵੰਡ ਦੇਵੇ, ਠੀਕ ਹੈ। ਵੇਲਣ ਲਈ ਕੋਈ ਸਥਾਨ ਨਹੀਂ, ਨੋ ਪਲੇਸ ਆਫ ਦੀ ਲੈਡ, ਮਤਲਬ ਕਿ ਜਿਹੜੇ ਕਾਮਚੋਰ ਨੇ, ਜਿਨ੍ਹਾਂ ਨੂੰ ਕੰਮ ਕਰਨ ਦੀ ਆਦਤ ਨਹੀਂ, ਉਹਨਾਂ ਦੇ ਵਿੱਚ ਆਦਰਸ਼ ਰਾਜ ਦੇ ਵਿੱਚ ਕੋਈ ਵੀ ਜ਼ਰੂਰਤ ਨਹੀਂ ਹੋਏਗੀ। ਗਾਂਧੀ ਜੀ ਦਾ ਅਹਿੰਸਕ ਰਾਜ ਹੋਏਗਾ। ਰਾਜ ਕੋਈ ਸ਼ਕਤੀ ਨਹੀਂ ਹੋਏਗੀ ਕਿਸੇ ਵੀ ਪਰਸਨ ਕੋਲ। ਲੋਕ ਆਪਣੀ ਇੱਛਾ ਦੇ ਨਾਲ ਆਪਸ ਦੇ ਵਿੱਚ ਮਿਲ ਜੁਲ ਕਰਨਗੇ, ਪੈਸੇ ਨੂੰ ਮਿਲ ਕੇ ਵੰਡਣਗੇ, ਸ਼ਕਤੀ ਨੂੰ ਮਿਲ ਕੇ ਵੰਡਣਗੇ। ਸੋ ਦਿਸ ਇਜ਼ ਦ ਸਟੇਟ ਜਿਹੜੀ ਕਿ ਗਾਂਧੀ ਜੀ ਚਾਹੁੰਦੇ ਸੀ। ਬਟ ਅਗਰ ਅਸੀਂ ਦੇਖਿਆ ਜਾਵੇ ਤਾਂ ਗਾਂਧੀ ਜੀ ਜਿਸ ਆਈਡੀਅਲ ਸਟੇਟ ਦੀ ਗੱਲ ਕਰ ਸਕਦੇ, ਇਟ ਇਜ਼ ਨਾਟ ਪੋਸੀਬਲ ਇਨ ਦ ਪ੍ਰੈਜ਼ੈਂਟ ਸਿਨੈਰੀਓ। ਉਸ ਤੋਂ ਬਾਅਦ ਹੈ ਗਾਂਧੀ ਜੀ ਦੇ ਆਲੋਚਕ। ਨੰਬਰ 1, ਰਾਜ ਇੱਕ ਬੁਰਾਈ ਨਹੀਂ ਹੈ, ਸਟੇਟ ਇਜ਼ ਨਾਟ ਐਨ ਈਵਲ। ਸਟੇਟ ਜਿਹੜਾ ਹੈਗਾ ਇੱਕ ਅੱਛੀ ਇੰਸਟੀਟਿਊਸ਼ਨ ਹੈ ਜੋ ਵਿਅਕਤੀ ਦੇ ਅਧਿਕਾਰਾਂ ਅਤੇ ਕਰਤੱਵਿਆਂ ਦੀ ਰੱਖਿਆ ਕਰਨ ਤੋਂ ਇਲਾਵਾ ਇੱਕ ਇਹੋ ਜਿਹਾ ਐਟਮੋਸਫੇਅਰ ਪੈਦਾ ਕਰਦੀ ਹੈ ਜਿਸ ਦੇ ਵਿੱਚ ਵਿਅਕਤੀ ਆਪਣੀਆਂ ਜਿਹੜੀਆਂ ਰਾਈਟਸ ਨੇ ਉਹਨਾਂ ਨੂੰ ਇੰਜੋਏ ਕਰ ਪੈਂਦਾ ਹੈ। ਅਗਰ ਬੇਟਾ ਸਟੇਟ ਨਹੀਂ ਹੋਏਗੀ ਤਾਂ ਇੱਕ ਜੰਗਲ ਵਾਲਾ ਮਾਹੌਲ ਜਿਹੜਾ ਹੈਗਾ ਉਹ ਪੈਦਾ ਹੋ ਜਾਏਗਾ। ਸਟੇਟ ਕੈਨ ਨਾਟ ਬੀ ਅਬੋਲਿਸ਼ਡ, ਰਾਜ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਗਾਂਧੀ ਜੀ ਕਹਿੰਦੇ ਨੇ ਕਿ ਸਟੇਟ ਜਿਹੜੇ ਹੈਗੇ ਲਿਮਿਟਿਡ ਫੰਕਸ਼ਨ ਦਿੱਤੇ ਜਾਣੇ ਚਾਹੀਦੇ, ਬਟ ਨੋ, ਸਟੇਟ ਜਿਹੜਾ ਹੈਗਾ ਨਾ ਹੀ ਖਤਮ ਹੋ ਸਕਦਾ ਹੈ। ਕੇਂਦਰੀਕਰਨ ਸਮੇਂ ਦੀ ਲੋੜ, ਹੁਣ ਗਾਂਧੀ ਜੀ ਕਹਿੰਦੇ ਡੀਸੈਂਟਰਲਾਈਜੇਸ਼ਨ ਕਰ ਦੇਣਾ ਚਾਹੀਦਾ, ਪਾਵਰਸ ਵੰਡ ਦੇਣੀਆਂ ਚਾਹੀਦੀਆਂ। ਹੁਣ ਪਾਵਰਸ ਅਗਰ ਵੰਡੀਆਂ ਜਾਣਗੀਆਂ ਤਾਂ ਬੇਟਾ ਸੋਵਰੇਨਿਟੀ ਵੀ ਵੱਡੀ ਜਾਏਗੀ, ਲੋਕੀ ਆਪਣੇ ਆਪ ਨੂੰ ਤਾਨਾਸ਼ਾਹ ਸਮਝਣਗੇ। ਸੋ ਬੈਟਰ ਹੈ ਕਿ ਕੇਂਦਰੀਕਰਨ ਜਿਹੜਾ ਹੈਗਾ ਅੱਜ ਇਕਜੁੱਟ ਹੋ ਕੇ ਪਾਵਰਸ ਜਿਹੜੀਆਂ ਹੈਗੀਆਂ ਇੱਕ ਹੱਥਾਂ ਦੇ ਵਿੱਚ ਹੋਵੇ ਤਾਂ ਜਿਹੜਾ ਬਾਕੀ ਨੂੰ ਮੈਨੇਜ ਕਰਨਾ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ ਹੈ। ਹਿੰਸਾ ਰਾਜ ਦਾ ਆਧਾਰ ਨਹੀਂ ਹੈ। ਗਾਂਧੀ ਜੀ ਕਹਿੰਦੇ ਵਾਇਲੈਂਸ ਬੇਸ ਹੈ ਸਟੇਟ ਦਾ, ਬਟ ਇਟ ਇਜ਼ ਨਾਟ ਰਾਈਟ। ਦਿਸ ਇਜ਼ ਨਾਟ ਰਾਈਟ ਕਿ ਹਿੰਸਾ ਜਿਹੜਾ ਰਾਜ ਦਾ ਸਟੇਟ ਹੈ। ਨੋ, ਲੋਕਾਂ ਦੀ ਇੱਛਾ ਜਿਹੜੀ ਹੈਗੀ ਆ ਉਹ ਸਟੇਟ ਦਾ ਆਧਾਰ ਹੈ। ਆਦਰਸ਼ ਰਾਜ ਅਣਵਿਵਹਾਰਿਕ ਹੈ, ਇੰਪ੍ਰੈਕਟੀਕਲ ਹੈ। ਗਾਂਧੀ ਜਿਹੜੇ ਆਦਰਸ਼ ਰਾਜ ਦੀ ਗੱਲ ਕਰਦੇ ਨੇ ਕਿ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣਗੇ, ਪੈਸਾ ਆਪਸ ਦੇ ਵਿੱਚ ਵੰਡਣਗੇ, ਭਾਈਚਾਰਾ ਹੋਏਗਾ। ਨੋ, ਦਿਸ ਇਜ਼ ਨਾਟ ਪੋਸੀਬਲ, ਠੀਕ ਹੈ। ਰਾਜ ਕੁਦਰਤੀ ਸੰਸਥਾ ਹੈ, ਸਟੇਟ ਇਜ਼ ਦ ਨੈਚੁਰਲ ਇੰਸਟੀਟਿਊਸ਼ਨ, ਨਾ ਕਿ ਮੈਨ ਮੇਡ ਇੰਸਟੀਟਿਊਸ਼ਨ ਹੈ। ਸਟੇਟ ਇੱਕ ਕੁਦਰਤ ਵੱਲੋਂ ਦਿੱਤੀ ਗਈ ਸੰਸਥਾ ਹੈ ਜਿਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸਟੇਟ ਦੇ ਕਾਰਜਾਂ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਫੰਕਸ਼ਨਸ ਆਫ ਦ ਸਟੇਟ ਕੈਨ ਨਾਟ ਬੀ ਲਿਮਿਟਿਡ, ਸਟੇਟਸ ਦੇ ਫੰਕਸ਼ਨਸ ਨੂੰ ਬੇਟਾ ਲਿਮਿਟਿਡ ਨਹੀਂ ਕੀਤਾ ਜਾ ਸਕਦਾ, ਹੈ ਨਾ। ਸਟੇਟ
ਘਰੇਲੂ ਉਦਯੋਗਾਂ ਦੇ ਨਾਲ ਵੱਡੇ ਉਦਯੋਗਾਂ ਦਾ ਵੀ ਵਿਕਾਸ ਜ਼ਰੂਰੀ ਹੈ। ਹੁਣ ਗਾਂਧੀ ਜੀ ਕਹਿੰਦੇ ਨੇ ਕਿ ਜਿਹੜੇ ਹੱਥੀਂ ਕਿਰਤ ਹੈ ਉਸ ਨੂੰ ਜਿਹੜਾ ਹੈਗਾ ਇੰਪੋਰਟੈਂਸ ਦੇਣੀ ਚਾਹੀਦੀ ਹੈ, ਲੇਕਿਨ ਜਿਸ ਹਿਸਾਬ ਨਾਲ ਸਾਡੀ ਪੋਪੂਲੇਸ਼ਨ ਵੱਧ ਰਹੀ ਹੈ, ਮਸ਼ੀਨਾਂ ਨਾ ਹੋਣ ਅਸੀਂ ਤਾਂ ਪ੍ਰੋਡਕਸ਼ਨ ਹੀ ਨਹੀਂ ਕਰ ਪਾਵਾਂਗੇ, ਠੀਕ ਹੈ, ਨਾ ਹੀ ਅਸੀਂ ਇੰਪੋਰਟ ਐਕਸਪੋਰਟ ਕਰ ਪਾਵਾਂਗੇ। ਸੋ ਇਸ ਕਰਕੇ ਠੀਕ ਹੈ ਹੱਥੀਂ ਕਿਰਤ ਨੂੰ ਇੰਪੋਰਟੈਂਸ ਦੇਣੀ ਚਾਹੀਦੀ ਹੈ, ਲੇਕਿਨ ਉਸ ਦੇ ਨਾਲ ਜਿਹੜੀ ਹੈਗੀ ਆ ਮਸ਼ੀਨਾਂ ਦਾ ਵੀ ਯੁੱਗ ਹੈ। ਆਤਮ ਵਿਰੋਧੀ, ਗਾਂਧੀ ਜੀ ਆਪਣੇ ਸੈਲਫ ਵਿਰੋਧੀ ਨੇ। ਗਾਂਧੀ ਜੀ ਹਰ ਪੱਖ ਤੋਂ ਆਤਮ ਵਿਰੋਧ ਪਾਇਆ ਜਾਂਦਾ ਹੈ। ਗਾਂਧੀ ਜੀ ਰੱਜ ਨੂੰ ਬੇਲੋੜੀ ਜਿਹੜੀ ਹੈਗੀ ਹੈ ਬੁਰਾਈ ਮੰਨਦੇ ਨੇ। ਗਾਂਧੀ ਜੀ ਕਹਿੰਦੇ ਨੇ ਕਿ ਰੱਜ ਜਿਹੜਾ ਹੈਗਾ ਉਹ ਬੁਰਾਈ ਹੈ, ਤਾਂ ਉਹਨੂੰ ਖਤਮ ਵੀ ਨਹੀਂ ਕਰਨਾ ਚਾਹੁੰਦੇ, ਹੈ ਨਾ। ਅਗਰ ਆਪਾਂ ਸਪੋਜ਼ ਕਰੋ ਇੱਕ ਪਾਸੇ ਕਾਰਲ ਮਾਰਕਸ ਹੈ, ਇੱਕ ਪਾਸੇ ਗਾਂਧੀ ਜੀ ਹੈ। ਕਾਰਲ ਮਾਰਕਸ ਇਹ ਕਹਿੰਦਾ ਹੈ ਕਿ ਸਟੇਟ ਇੱਕ ਬੁਰਾਈ ਹੈ ਤਾਂ ਉਹਨੂੰ ਖਤਮ ਕਰ ਦਿਓ, ਹੈ ਨਾ, ਲੇਕਿਨ ਗਾਂਧੀ ਜੀ ਕਹਿੰਦੇ ਸਟੇਟ ਇੱਕ ਬੁਰਾਈ ਹੈ ਤਾਂ ਉਹਦੇ ਫੰਕਸ਼ਨਸ ਲਿਮਿਟਡ ਕਰ ਦਿਓ। ਇਜ਼ ਇਟ ਪੋਸੀਬਲ? ਮਤਲਬ ਉਹ ਗੱਲ ਹੋ ਗਈ ਕਿ ਸ਼ਰਾਬ ਜਿਹੜੀ ਹੈਗੀ ਆ, ਇੱਕ ਪਾਸੇ ਮਾਰਕਸ ਕਹਿ ਰਿਹਾ ਹੈ ਕਿ ਸ਼ਰਾਬ ਪੀਣੀ ਮਾੜੀ ਹੈ ਤਾਂ ਸ਼ਰਾਬ ਨੂੰ ਖਤਮ ਕਰ ਦਿਓ, ਠੀਕ ਹੈ, ਦੂਜੇ ਪਾਸੇ ਗਾਂਧੀ ਜੀ ਕਹਿੰਦੇ ਸ਼ਰਾਬ ਮਾੜੀ ਹੈ, ਪੀ ਲਓ ਲੇਕਿਨ ਥੋੜ੍ਹੀ ਥੋੜ੍ਹੀ, ਹੈ ਨਾ। ਸੋ ਇਸ ਕਰਕੇ ਗਾਂਧੀ ਜੀ ਸੈਲਫ ਆਪਣੇ ਵਿਰੋਧੀ ਨੇ। ਸੋ ਇਸ ਕਰਕੇ ਉਹ ਆਪਣੇ ਜਿਹੜੇ ਵਿਚਾਰ ਨੇ ਉਹਨਾਂ 'ਤੇ ਸਟੈਂਡ ਨਹੀਂ ਰੱਖ ਪਾ ਰਹੇ। ਰਾਜ ਵਿਅਕਤੀ ਦੇ ਵਿਅਕਤੀਤਵ ਦੇ ਵਿਕਾਸ ਦੇ ਲਈ ਸਹਾਇਤਾ ਕਰਦਾ ਹੈ, ਨਾ ਕਿ ਰੁਕਾਵਟ ਬਣਦਾ ਹੈ। ਰਾਜ ਪ੍ਰਭੂ ਸੱਤਾ ਸੰਪੰਨ ਹੈ। ਸਟੇਟ ਇਜ਼ ਦਾ ਸੋਵਰਨ ਬੋਡੀ। ਅਗਰ ਇੱਕ ਰਾਜ ਕੋਲ ਪ੍ਰਭੂ ਸੱਤਾ ਹੈ ਤਾਂ ਹੀ ਅਸੀਂ ਉਹਦੇ ਜਿਹੜੇ ਹੈਗੇ ਨੇ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰਦੇ ਨੇ, ਅਦਰਵਾਈਜ਼ ਨਹੀਂ। ਰਾਜ ਰਾਸ਼ਟਰਵਾਦੀ ਰਾਜ ਅਣਵਿਵਹਾਰਿਕ ਹੈ। ਇਹ ਪੋਸੀਬਲ ਹੀ ਨਹੀਂ ਹੈ ਕਿ ਸਟੇਟ ਨਾ ਹੋਵੇ, ਸਟੇਟ ਦੇ ਵਿੱਚ ਲੜਾਈ ਝਗੜੇ ਨਾ ਹੋਣ ਜਾਂ ਸਟੇਟ ਦੇ ਵਿੱਚ ਹਿੰਸਾ ਨਾ ਹੋਵੇ, ਠੀਕ ਹੈ। ਪ੍ਰਭੁੱਤ ਅਰਾਜਕਤਾਵਾਦੀ ਰਾਜ ਕੇਵਲ ਇੱਕ ਮਿਥਿਆ ਹੈ ਕਿ ਜਿਸ ਦੇ ਵਿੱਚ ਸਾਰਿਆਂ ਕੋਲ ਪਾਵਰਸ ਹੋਣਗੀਆਂ। ਇਟ ਜਸਟ ਐਨ ਇਮੈਜਨ, ਨਾਟ ਐਨੀਥਿੰਗ ਐਲਸ। ਸੋ ਬੇਟਾ ਇਹ ਚੈਪਟਰ ਆਪਣਾ ਕੰਪਲੀਟ ਹੋ ਗਿਆ, ਜਿਹਦੇ ਵਿੱਚ ਆਪਾਂ ਕੀਤਾ ਲਿਬਰਲ ਵਿਊ ਆਫ ਪੁਆਇੰਟਸ, ਲਿਬਰਲ ਵਿਊ ਆਫ ਪੁਆਇੰਟ ਆਫ ਸਟੇਟ ਐਂਡ ਦ ਮਾਰਕਸਿਸਟ ਐਂਡ ਦ ਗਾਂਧੀਅਨ, ਉਦਾਰਵਾਦੀ, ਮਾਰਕਸਵਾਦੀ ਅਤੇ ਗਾਂਧੀਵਾਦੀ ਵਿਚਾਰ ਸਟੇਟ ਬਾਰੇ, ਠੀਕ ਹੈ।